ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਤੁਹਾਨੂੰ ਅਸੀਂ ਪਾਵਰ ਟਰਾਂਸਫਾਰਮਰ ਬਾਰੇ ਦੱਸਣ ਜਾ ਰਹੇ ਹਾਂ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸਾਡੇ ਮਗਰ ਆਪਣੇ ਮਗਰ ਪਿਆ 12.5 ਪਾਵਰ ਟਰਾਂਸਫਾਰਮਰ। ਇਹ ਸਾਈਡ ਤੋਂ ਉਤਰ ਕੇ ਆਇਆ, ਜਿਹਦੇ ਵਿੱਚ ਇਰੈਕਸ਼ਨ ਨਹੀਂ ਕੀਤੀ ਗਈ। ਇਰੈਕਸ਼ਨ ਤਾਂ ਇਹ ਅਨਲੋਡਿੰਗ ਕੀਤਾ ਗਿਆ ਕਿਉਂਕਿ ਆਗੂਮੈਂਟੇਸ਼ਨ ਦੇ ਉੱਤੇ ਉਤਾਰਿਆ ਗਿਆ। ਠੀਕ ਹੈ, ਇਹ ਬਿਨਾ ਐਚਵੀ ਬੁਸ਼ਿੰਗ ਤੋਂ, ਬਿਨਾ ਸੀ ਟੈਂਕ ਤੋਂ, ਬਿਨਾ ਰੇਡੀਏਟਰਸ ਤੋਂ ਸਾਡੇ ਕੋਲ ਪਿਆ ਹੈਗਾ। ਠੀਕ ਹੈ, ਹੁਣ ਆਪਾਂ ਮੇਨਲੀ ਇਹਦੇ ਪਾਰਟਸ ਦੱਸਾਂਗੇ ਤੁਹਾਨੂੰ। ਸਭ ਤੋਂ ਪਹਿਲਾਂ ਕਿਹੜੇ ਪਾਰਟਸ ਨੇ, ਕੀ ਉਹਨਾਂ ਨੂੰ ਨਾਮ ਦਿੱਤਾ ਜਾਂਦਾ ਹੈ ਤੇ ਕੀ ਚੀਜ਼ਾਂ ਹੁੰਦੀਆਂ ਨੇ। ਉਸ ਤੋਂ ਬਾਅਦ ਉਹਦੀ ਇਕੱਲੇ ਡਿਟੇਲ ਦੀ ਫੰਕਸ਼ਨਿੰਗ ਅਸੀਂ ਤੁਹਾਡੇ ਸਾਹਮਣੇ ਵੀਡੀਓ ਲੈ ਕੇ ਆਵਾਂਗੇ, ਕਿਵੇਂ ਇਕੱਲੀ ਚੀਜ਼ ਕੰਮ ਕਰਦੀ ਹੈ। ਠੀਕ ਹੈ, ਜਿਵੇਂ ਆਪਾਂ ਸ਼ੁਰੂ ਕਰੀਏ, ਇਹ ਐਚਵੀ ਸਾਈਡ ਹੈ। ਠੀਕ ਹੈ, ਐਚਵੀ ਸਾਈਡ ਰੈੱਡ, ਯੈਲੋ, ਬਲੂ ਤੇ ਇਹ ਐਚਵੀ ਦੇ ਸੀਟੀ ਲੱਗੇ ਹੋਏ ਨੇ। ਠੀਕ ਹੈ, 2 ਫੇਜ਼ ਦੇ ਸੀਟੀ ਨੇ। ਇਹਨੂੰ ਥਰਮੋਸਾਈਕਲ ਕਿਹਾ ਜਾਂਦਾ। ਠੀਕ ਹੈ, ਕਈਆਂ ਦੇ ਇੱਥੇ ਕੀ ਹੁੰਦਾ ਵੀ ਇੱਥੇ ਸਾਈਡ ਦੇ ਤੇ ਨਾਲ ਥੱਲੇ ਵਾਲੇ ਪਾਸੇ ਨੂੰ ਮੋਟਰ ਲਾਈ ਜਾਂਦੀ ਹੈ। ਪਾਈਪ ਲਾਈਨ ਦੇ ਵਿੱਚ ਇੱਕ ਮੋਟਰ ਫਿੱਟ ਕੀਤੀ ਜਾਂਦੀ ਹੈ ਤਾਂ ਜੋ ਉਹ ਆਇਲ ਨੂੰ ਸਰਕੂਲੇਟ ਕਰ, ਤੇਲ ਨੂੰ ਸਰਕੂਲੇਟ ਕਰੇ। ਤੇ ਇਸ ਤੋਂ ਬਾਅਦ ਇੱਧਰੋਂ ਆਪਾਂ ਸਾਈਡ ਨੂੰ ਕਵਰ ਕਰਦੇ ਹੋਏ ਇਹਨੂੰ ਇੰਸਪੈਕਸ਼ਨ ਵਿੰਡੋ ਕਹੀ ਜਾਂਦੀ ਹੈ। ਇੱਥੇ ਇੱਕ ਬੈਰੀਅਰ ਬੋਰਡ ਹੁੰਦਾ ਜਿਹੜਾ ਕਿ ਦੋਨੋਂ ਦੇ ਤੇਲ ਨੂੰ ਵੱਖਰਾ ਰੱਖਦਾ, ਪਾਵਰ ਟਰਾਂਸਫਾਰਮਰ ਵਾਲੇ ਤੇਲ ਨੂੰ ਤੇ ਓਲਟੀਸੀ ਵਾਲੇ ਤੇਲ ਨੂੰ। ਇੱਥੇ ਤੱਕ ਇੱਕ ਕਨੈਕਸ਼ਨ ਓਲਟੀਸੀ ਦੇ ਲੱਗ ਰਹਿੰਦੇ ਨੇ, ਪਾਵਰ ਟਰਾਂਸਫਾਰਮਰ ਦੇ ਲੱਗ ਰਹਿੰਦੇ ਨੇ। ਠੀਕ ਹੈ, ਇਹ ਹੁੰਦੀ ਹੈ ਇੰਸਪੈਕਸ਼ਨ ਪਲੇਟ, ਜਿੱਥੇ ਜਿਹਦੇ ਰਾਹੀਂ ਅਸੀਂ ਟਰਾਂਸਫਾਰਮਰ ਦੀ ਇੰਸਪੈਕਸ਼ਨ ਵੀ ਕਰ ਸਕਦੇ ਹਾਂ ਤੇ ਪਲੱਸ ਬੈਰੀਅਰ ਬੋਰਡ ਦੇ ਕਨੈਕਸ਼ਨ ਵੀ ਕਰ ਸਕਦੇ ਹਾਂ ਟਰਾਂਸਫਾਰਮਰ ਵਾਲੀ ਸਾਈਡ ਤੇ। ਜਿਵੇਂ ਤੁਸੀਂ ਜਾਣਦੇ ਤਾਂ ਆਪਣਾ ਬਰੀਜ਼ਰ ਹੋ ਗਿਆ, OLTC ਦਾ ਸੀ ਟੈਂਕ ਹੋ ਗਿਆ, OLTC ਦੀ ਬੱਕਲ ਹੋ ਗਈ, ਇਹ OLTC ਹੋ ਗਈ। OLTC ਨਾਲ ਤੁਸੀਂ ਔਨ ਲੋਡ ਟੈਪ ਚੇਂਜਰ ਹੈ। ਇਹ ਔਨ ਲੋਡ ਟੈਪ ਚੇਂਜਰ ਟਰਾਂਸਫਾਰਮਰ ਹੈ। ਲੋਡ ਦੇ ਉੱਤੇ ਆਪਾਂ ਟੈਪ ਚੇਂਜ ਕਰ ਸਕਦੇ ਹਾਂ ਤੇ ਨਾਰਮਲੀ ਔਨ ਲੋਡ ਟੈਪ ਚੇਂਜਰ ਦੇ ਉੱਤੇ 17 ਟੈਪਸ ਹੁੰਦੀਆਂ ਨੇ। ਤੇ ਜਨਰਲੀ ਆਮ ਜਿਹੜੀ ਔਨ ਲੋਡ ਟੈਪ ਚੇਂਜਰ ਦੇ ਵਿੱਚ ਕੀ ਹੁੰਦਾ, 5 ਨੰਬਰ ਨਾਰਮਲ ਟੈਪ ਮੰਨੀ ਜਾਂਦੀ ਹੈ, ਜਿੱਥੇ ਕਿ ਐਚਵੀ ਸਾਈਡ 66,000 ਵੋਲਟੇਜ ਹੁੰਦੀ ਹੈ ਤੇ ਐਲਵੀ ਸਾਈਡ 11,000 ਵੋਲਟੇਜ ਹੁੰਦੀ ਹੈ। ਠੀਕ ਹੈ, ਤੇ ਜੇ ਤੁਹਾਨੂੰ ਦੂਸਰੀ ਸਾਈਡ ਜਿਵੇਂ ਦੋਸਤੋ ਹੁਣ ਅਸੀਂ ਤੁਹਾਨੂੰ ਪਾਵਰ ਟਰਾਂਸਫਾਰਮਰ ਦੂਸਰੀ ਸਾਈਡ ਦਿਖਾਉਣ ਲੱਗੇ ਹਾਂ। ਇਹ ਮਾਸਟਰਿੰਗ ਬਾਕਸ ਹੈ ਪਾਵਰ ਟਰਾਂਸਫਾਰਮਰ ਦਾ। ਠੀਕ ਹੈ, ਇਹਦੇ ਵੀ ਤੁਹਾਨੂੰ ਵੀਡੀਓ ਦੱਸਾਂਗੇ, ਅਸੀਂ ਦਵਾਂਗੇ ਵੀ ਇਹਦੇ ਵਿੱਚ ਕੀ ਚੀਜ਼ਾਂ ਲੱਗੀਆਂ ਹੁੰਦੀਆਂ ਨੇ ਤੇ ਕਿਵੇਂ ਕੰਮ ਕਰਦੀਆਂ ਨੇ, ਉਹਦਾ ਪਾਵਰ ਟਰਾਂਸਫਰ ਨਾਲ ਕਿਵੇਂ ਰਿਲੇਟ ਹੁੰਦਾ। ਜਿਵੇਂ ਸੀਟੀ ਲੱਗੇ ਹੋਏ ਨੇ, ਉਹਨਾਂ ਦਾ ਫੰਕਸ਼ਨ ਕੀ ਆ। ਇੱਕ ਪਾਵਰ ਟਰਾਂਸਫਾਰਮਰ ਦੇ ਵਿੱਚ ਇੱਕ ਸੀਟੀ ਦਾ, ਛੋਟੇ ਸੀਟੀ ਦਾ ਕਿਉਂਕਿ ਕਪੈਸਿਟੀ ਬਹੁਤ ਘੱਟ ਹੁੰਦੀ, ਉਹਦਾ ਕੰਮ ਕੀ ਆ। ਇਹ ਰੇਡੀਏਟਰ ਦੇ ਵਾਲਵ ਨੇ, ਇਹਦੇ ਉੱਤੇ ਦੀ ਫਿਟਿੰਗ ਦੀ ਇਹਦੀ ਤੁਹਾਨੂੰ ਇੱਕ ਵੀਡੀਓ ਦਵਾਂਗੇ। ਤੇ ਦੋਸਤੋ ਇਹਦੇ ਵਿੱਚ ਇਹ ਰੇਡੀਏਟਰ ਵਾਲਵ ਨੇ। ਠੀਕ ਹੈ, ਰੇਡੀਏਟਰ ਵਾਲਵ ਤੋਂ ਬਾਅਦ ਵੀ ਤੁਹਾਨੂੰ ਦਿਖਾਉਣਾ ਵੀ ਇਹ ਉੱਪਰ ਬੁਸ਼ਿੰਗ ਲੱਗੀ ਹੋਈ ਹੈ। ਬੁਸ਼ਿੰਗ ਕੀ ਹੈ, ਇਹ 4 ਜਿਹੜੇ ਬੁਸ਼ ਨੇ ਐਲਵੀ ਦੇ ਬੁਸ਼ ਨੇ ਤੇ ਪਰਲਾ ਜਿਹੜਾ ਲਾਸਟ ਵਾਲਾ ਬੁਸ਼ ਹੈ 5 200 ਉਹ ਐਚਵੀ ਦਾ ਨਿਊਟਰਲ ਬੁਸ਼ ਹੈ। ਐਚਵੀ ਨਿਊਟਰਲ, ਐਲਵੀ ਰੈਡ, ਐਲਵੀ ਯੈਲੋ ਤੇ ਐਲਵੀ ਬਲੂ ਫੇਸ ਹੈ। ਇਹ 4 ਐਲਵੀ ਦੇ ਨੇ, ਪਰਲਾ ਨਿਊਟਰਲ ਦਾ ਐਚਵੀ ਨਿਊਟਰਲ। ਤੇ ਜਿਹੜੀ ਵਾਇਰਿੰਗ ਤੁਸੀਂ ਦੇਖ ਰਹੇ ਹੋ, ਵਾਇਰਿੰਗ ਹੈਗੀ ਕੰਟਰੋਲ ਦੀ ਵਾਇਰਿੰਗ। ਜਿਸ ਤਰ੍ਹਾਂ ਕੋਈ ਬੱਕਲ ਹੋ ਗਈ, OLTC ਬੱਕਲ ਆ, ਮੇਨ ਬੱਕਲ ਆਪਣੀ ਹੁੰਦੀ ਆ, ਆਇਲ ਦੀ ਹੁੰਦੀ ਆ, PRV ਹੁੰਦੀ ਆ। ਤੇ ਅਸੀਂ ਤੁਹਾਨੂੰ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਇਕੱਲੇ ਦੀ ਵੀਡੀਓ ਦਿਖਾਈ ਜਾਵੇ। ਜਿਸ ਤਰ੍ਹਾਂ PRV ਦੀ ਤੁਹਾਨੂੰ ਵੀਡੀਓ ਦੇਵਾਂਗੇ ਇੱਕ, ਜਿਹਦੇ 'ਚ ਤੁਹਾਨੂੰ ਫੰਕਸ਼ਨਿੰਗ ਆਫ PRV ਦੱਸਾਂਗੇ, OLTC ਬੱਕਲ, ਮੇਨ ਬੱਕਲ ਦੀ ਫੰਕਸ਼ਨਿੰਗ ਦੱਸਾਂਗੇ। ਹੋ ਸਕਿਆ ਜੇ ਸਾਡੇ ਕੋਲ ਸੀ ਟੈਂਕ ਹੋਇਆ ਅਵੇਲੇਬਲ ਹੋਇਆ ਤਾਂ ਤੁਹਾਨੂੰ ਅਸੀਂ ਸੀ ਟੈਂਕ ਜਿਹਦੇ ਵਿੱਚ ਬੈਲੂਨ ਦੀ ਫਿਟਿੰਗ ਹੁੰਦੀ ਆ ਉਹ ਵੀ ਦਿਖਾਵਾਂਗੇ ਵੀ ਬੈਲੂਨ ਕਿਸ ਤਰ੍ਹਾਂ ਫਿੱਟ ਕੀਤਾ ਜਾਂਦਾ। ਤੇ ਆਓ ਤੁਹਾਨੂੰ ਲੈ ਚੱਲੀਏ। ਇੱਕ ਸਾਡੇ ਕੋਲ ਕੋਰ ਪਈ ਆ 20 MVA ਪਾਵਰ ਟਰਾਂਸਫਾਰਮਰ ਦੀ, ਅਨਟੈਂਕਿੰਗ ਕੀਤੀ ਹੋਈ ਆ। ਤੇ ਅਨਟੈਂਕਿੰਗ ਕਰਨ ਤੋਂ ਬਾਅਦ ਅਸੀਂ ਉਹਦੇ ਤੁਹਾਨੂੰ ਕੋਇਲ ਅਸੀਂ ਐਕਚੁਅਲੀ ਕੈਨਵਲਾਈਜ਼ ਕਰ ਚੁੱਕੇ ਹਾਂ। ਕੈਨਵਲਾਈਜ਼ ਕਰਨ ਤੋਂ ਬਾਅਦ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਉਹਦੇ ਕੀ ਦੇਖਣ ਨੂੰ ਆਪਾਂ ਨੂੰ ਕੀ ਚੀਜ਼ਾਂ ਮਿਲਦੀਆਂ ਨੇ, ਬੇਸਿਕ ਜਿਹੀਆਂ ਚੀਜ਼ਾਂ। ਠੀਕ ਹੈ, ਆਓ ਚੱਲੀਏ। ਜਿਸ ਤਰ੍ਹਾਂ ਇਹ ਤੁਹਾਡੇ ਸਾਹਮਣੇ ਪਈ ਹੈ, ਇਹ 20 MVA ਪਾਵਰ ਟਰਾਂਸਫਾਰਮਰ ਦੀ ਕੋਰ ਆ। 20 MVA ਪਾਵਰ ਟਰਾਂਸਫਾਰਮਰ ਦੀ ਕੋਰ ਇਹ ਅਸੀਂ ਇੱਕ ਟੈਂਕ ਦੇ ਵਿੱਚੋਂ ਬਾਹਰ ਕੱਢੀ ਹੈ ਕਿਉਂਕਿ ਅਸੀਂ ਇਹ ਪਾਵਰ ਟਰਾਂਸਫਾਰਮਰ ਰਿਪੇਅਰ ਕੀਤਾ। ਰਿਪੇਅਰ ਅਸੀਂ ਇਹਦਾ ਐਲਵੀ ਕੋਇਲ ਇਸੇ ਸੇਮ ਕਪੈਸਿਟੀ ਪਾਵਰ ਟਰਾਂਸਫਾਰਮਰ ਦੇ ਨਾਲ ਕੈਨਵਲਾਈਜ਼ ਕੀਤਾ। ਇਹਦਾ ਜਿਹੜਾ ਡੈਮੇਜ ਕੋਇਲ ਸੀ ਉਹਦੇ ਨਾਲ ਰਿਪਲੇਸ ਕਰਤਾ, ਉਹਦਾ ਹੈਲਦੀ ਕੋਇਲ ਇਹਦੇ ਵਿੱਚ ਪਾਤਾ, ਫਿੱਟ ਕਰਤਾ। ਤੇ ਹੁਣ ਤੁਹਾਨੂੰ ਬੇਸਿਕਲੀ ਜਿਹੜੀ ਚੀਜ਼ਾਂ ਆਪਾਂ ਨੂੰ ਬਾਹਰੋਂ ਦੇਖਣ ਨੂੰ ਮਿਲਦੀਆਂ ਨੇ, ਆਪਾਂ ਉਹਦੇ ਬਾਰੇ ਡਿਸਕਸ ਕਰਾਂਗੇ। ਬਹੁਤਾ ਡੂੰਘਾਈ ਦੇ ਉੱਤੇ ਨਹੀਂ ਜਾਂਦੇ। ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀ ਉਹਦੇ ਵਿੱਚ ਵੀ ਆਪਾਂ ਨੂੰ ਆਮ ਪਤਾ ਹੀ ਹੈ 3 ਫੇਜ਼ ਹੁੰਦੇ ਨੇ, ਰੈੱਡ, ਯੈਲੋ, ਬਲੂ। ਇਸੇ ਤਰ੍ਹਾਂ ਇਹਦਾ ਰੈੱਡ ਇਹ ਹੈ। ਠੀਕ ਹੈ, ਰੈੱਡ, ਯੈਲੋ ਤੇ ਬਲੂ। ਠੀਕ ਹੈ, ਇਹਦੇ 'ਚ ਇੱਕ ਜੇ ਆਪਾਂ ਇੱਕ ਦੀ ਗੱਲ ਕਰਦੇ ਹਾਂ, ਤਿੰਨਾਂ ਦਾ ਡਿਜ਼ਾਈਨ ਸੇਮ ਹੀ ਹੁੰਦਾ ਗਾ। ਠੀਕ ਹੈ, ਤੇ ਉਹ ਕੋਰ ਆਪਾਂ ਜਿਵੇਂ ਦਿਖ ਰਹੀ ਹੈ। ਠੀਕ ਹੈ, ਹੋਰੀਜ਼ੌਂਟਲ ਕੋਰ ਆ। ਇਸ ਤਰ੍ਹਾਂ ਵਰਟੀਕਲ ਕੋਰ ਹੋਏਗੀ ਇਹਦੀ। ਠੀਕ ਹੈ, ਥੱਲੇ ਵਾਲੇ ਪਾਸੇ ਹੋਰੀਜ਼ੌਂਟਲ ਕੋਰ ਹੋਏਗੀ। ਉੱਪਰਲੇ ਪਾਸੇ ਇਹਦੇ ਐਂਡ ਫਰੇਮ ਨੇ ਜਿਹੜੇ ਇਹ ਯੈਲੋ ਕਲਰ ਦਾ ਗਾ। ਠੀਕ ਹੈ, ਉਦੋਂ ਉੱਪਰ ਟੌਪ ਪਲੇਟ ਹੈ ਜੀ। ਠੀਕ ਹੈ, ਤੇ ਇਹਨਾਂ ਨੂੰ ਕੋਰ ਬੋਲਟ ਕਿਹਾ ਜਾਂਦਾ ਜਾਂ ਜੈਕ ਬੋਲਟ। ਇਹ ਹੋ ਗਿਆ ਆਪਣੇ ਜਿਹੜੇ ਲੰਬਾਈ ਆ, ਇਹ ਦੋਨਾਂ ਐਂਡ ਫਰੇਮ ਨੂੰ ਬੰਨ੍ਹ ਕੇ ਰੱਖਦੀ ਆ, ਇਹਨੂੰ ਕੋਰ ਬੋਲਟ ਕਿਹਾ ਜਾਂਦਾ। ਤੇ ਇਹਨਾਂ ਦਾ ਕੰਮ ਕੀ ਹੈ ਵੀ ਦੋਨੇ ਐਂਡ ਫਰੇਮ ਨੂੰ ਆਪਸ ਵਿੱਚ ਟਾਈਟ ਕਰਕੇ ਰੱਖਦੇ ਨੇ, ਨਾਲ ਇੱਕ ਦੂਜੇ ਨੂੰ ਸਪੋਰਟ ਰੱਖਦੇ ਨੇ। ਜਦੋਂ ਆਪਾਂ ਕੋਇਲ ਨੂੰ ਅਨਟੈਂਕਿੰਗ ਕਰਨੀ ਹੈ, ਕੋਰ ਨੂੰ ਚੱਕਣਾ ਪੈਂਦਾ। ਠੀਕ ਹੈ,
ਜਿਹੜਾ ਇਹ ਨੇ ਆਪਣੇ ਜੈਕ ਬੋਲਟ ਨੇ, ਇਹਨਾਂ ਨੇ ਇੱਕ ਕੋਇਲ ਦੀ ਡਾਈਮੈਂਸ਼ਨ ਦੇਣੀ ਹੈ, ਇਹਨੀ ਟਾਈਟਨੈਸ ਤੇ ਇਹਨੀ ਲੂਜ਼ਨੈਸ ਇਹਦੀ ਰੱਖਣੀ ਹੈ। ਕਿੰਨਾ ਆਪਾਂ ਨੂੰ ਡਾਈਮੈਂਸ਼ਨ ਚਾਹੀਦੀ ਹੈ, ਕਿੰਨੀ ਉਹਦੀ ਲੰਬਾਈ ਚਾਹੀਦੀ ਹੈ, ਕਿੰਨਾ ਉਹਦਾ ਸਟ੍ਰੈਸ ਦੇਣਾ ਆਪਾਂ ਟਾਈਟ ਕਰਨਾ ਐਕਚੁਅਲ ਉਹਦਾ ਸਾਈਜ਼ ਲੈ ਕੇ ਆਉਣ ਦੇ ਲਈ, ਠੀਕ ਹੈ। ਤੇ ਇਹ ਇਹਦੇ ਪ੍ਰੈਸ ਬੋਰਡ ਨੇ, ਠੀਕ ਹੈ। ਇਹ ਡਕਟਸ ਨੇ ਇਹਦੀਆਂ, ਇਨਸੂਲੇਸ਼ਨ ਹੋ ਗਿਆ, ਪੇਪਰ ਇਨਸੂਲੇਸ਼ਨ ਆ, ਠੀਕ ਹੈ। ਇਹ ਆਇਲ ਕੂਲਿੰਗ ਦੇ ਲਈ ਵਰਤੇ ਜਾਂਦੀਆਂ ਨੇ ਤਾਂ ਜੋ ਅੰਦਰ ਤੇਲ ਅੰਦਰ ਤੱਕ ਚਲਾ ਜਾਵੇ, ਕੋਰ ਦੇ ਨੇੜੇ ਚਲਾ ਜਾਵੇ, ਕੋਰ ਹੀਟ ਅਪ ਨਾ ਹੋਵੇ, ਠੀਕ ਹੈ। ਜਿਸ ਤਰ੍ਹਾਂ ਆਪਾਂ ਨਾਰਮਲ ਪਤਾ ਹੀ ਹੈ ਵੀ ਕੋਰ ਦੇ ਨਾਲ ਸਭ ਤੋਂ ਪਹਿਲਾਂ ਐਲਵੀ ਕੋਇਲ ਪਾਇਆ ਜਾਂਦਾ, ਕਿਉਂਕਿ ਐਲਵੀ ਕੋਇਲ ਪਾਉਣ ਦਾ ਫਾਇਦਾ ਇਹ ਹੁੰਦਾ ਵੀ ਐਲਵੀ ਦੀ ਵੋਲਟੇਜ ਘੱਟ ਹੁੰਦੀ ਹੈ, ਵੋਲਟੇਜ ਘੱਟ ਹੋਣ ਦੇ ਨਾਲ ਆਪਾਂ ਨੂੰ ਇਨਸੂਲੇਸ਼ਨ ਦੀ ਘੱਟ ਜ਼ਰੂਰਤ ਪੈਂਦੀ ਹੈ। ਇਨਸੂਲੇਸ਼ਨ ਦੀ ਘੱਟ ਜ਼ਰੂਰਤ ਪਾਉਣ ਦੇ ਨਾਲ ਕੀ ਆਪਾਂ ਸਭ ਤੋਂ ਪਹਿਲਾਂ ਕੋਰ ਦੇ ਨਾਲ ਐਲਵੀ ਕੋਇਲ ਨੂੰ ਪਾਉਂਦੇ ਆ, ਉਸ ਤੋਂ ਬਾਅਦ ਉਹਦਾ ਐਚਵੀ ਕੋਇਲ ਪਾਉਂਦੇ ਆ, ਐਚਵੀ ਕੋਇਲ ਪਾਉਣ ਤੋਂ ਬਾਅਦ ਉਹਦੀ ਇੱਕ ਐਚਵੀ ਟੈਪਿੰਗ ਕੋਇਲ ਪਾਉਂਦੇ ਆ। ਇੱਕ ਫੇਸ ਦੇ ਵਿੱਚ 3 ਕੋਇਲ ਪੈ ਗਏ। ਇਧਰਲੀ ਸਾਈਡ ਤੋਂ ਆਪਾਂ ਨੂੰ ਐਚਵੀ ਦੀ ਟੈਪਿੰਗਸ ਐਚਵੀ ਦੇ ਹੀ ਦਿਖਣਗੇ, ਐਲਵੀ ਇਹਦੀਆਂ ਟਰਮੀਨਲਸ ਨੇ ਦੂਸਰੇ ਪਾਸੇ ਨੇ, ਕਿਉਂਕਿ ਜਿਵੇਂ ਆਪਾਂ ਤੁਹਾਨੂੰ ਦੂਸਰਾ ਪਾਵਰ ਟਰਾਂਸਫਾਰਮਰ ਦਿਖਾਇਆ ਜਿਹੜਾ ਪੈਕਡ ਆ, ਉਹਦੇ ਇੱਕ ਸਾਈਡ ਤੇ ਐਚਵੀ ਦੇ ਹੈਗੇ ਤੇ ਦੂਸਰੇ ਪਾਸੇ ਐਚਵੀ ਨਿਊਟਰਲ, ਐਲਵੀ ਨਿਊਟਰਲ ਤੇ ਐਲਵੀ ਦੇ 3 ਫੇਸ, ਰੈੱਡ, ਯੈਲੋ, ਬਲੂ, ਠੀਕ ਹੈ। ਇਸੇ ਤਰ੍ਹਾਂ ਹੁਣ ਇਧਰਲੀ ਗੱਲ ਕਰੀਏ, ਜਿਹਦੇ ਵਾਸਤੇ ਟੈਰਟ ਲੱਗੇ ਹੋਏ ਸੀ ਉਹਦੇ, ਇਹ ਉਹ ਚੀਜ਼ ਆ, ਉਹ ਸਾਈਡ ਆ ਜਿੱਥੇ ਆਪਾਂ ਸਭ ਤੋਂ ਪਹਿਲਾਂ ਸਟਾਰਟ ਕੀਤੀ ਸੀ, ਠੀਕ ਹੈ। ਇੱਕ ਫੇਸ ਦੀ ਆਪਾਂ ਗੱਲ ਕਰਦੇ ਹਾਂ, ਜਿਵੇਂ ਇਹ ਹੈ, ਇਹਦਾ ਐਚਵੀ ਦਾ ਕੋਇਲ ਦਾ ਪਹਿਲਾ ਸਿਰਾ, ਠੀਕ ਹੈ। ਆਹ ਸਿਰਾ ਇਹ ਲੀਡ ਹੈ ਜੀ, ਇਹ ਬ੍ਰੇਜਿੰਗ ਕੀਤਾ ਜਾਂਦਾ ਇੱਥੇ, ਠੀਕ ਹੈ, ਜਿਹਦੇ ਚ ਐਚਵੀ ਬੂਸ਼ਿੰਗ ਪਾਈ ਜਾਂਦੀ ਹੈ, ਠੀਕ ਹੈ। ਇਹ ਹੋ ਗਿਆ, ਇਹ ਸਿਰਾ ਇੱਥੇ ਅੰਦਰ ਚਲਾ ਜਾਂਦਾ, ਅੰਦਰ ਇੱਕ ਕੋਇਲ ਟਰਨਸ ਦੀਆਂ ਆਉਂਦੀਆਂ ਨੇ ਬਣ ਕੇ, ਠੀਕ ਹੈ। ਕੋਇਲ ਦਾ ਤੇ ਉਹਦਾ ਦੂਸਰਾ ਸਿਰਾ ਥੱਲੇ ਆ ਜਾਂਦਾ, ਆਹ ਸਿਰਾ ਆ ਜਾਂਦਾ, ਠੀਕ ਹੈ। ਜਿਹੜਾ ਇਹ ਸਿਰਾ ਆ ਜਾਂਦਾ ਇਹ, ਉਸ ਤੋਂ ਬਾਅਦ ਹੁਣ ਜਿਹੜੀ ਐਚਵੀ ਟੈਪਿੰਗ ਕੋਇਲ ਹੁੰਦੀ ਆ, ਐਚਵੀ ਤੇ ਐਚਵੀ ਕੋਇਲ, ਤਾਂ ਉਹਨਾਂ ਨੂੰ ਆਪਸ ਵਿੱਚ ਸੀਰੀਜ਼ ਜੁੜਿਆ ਜਾਂਦਾ ਹੈਗਾ। ਹੁਣ ਅਸੀਂ ਤੁਹਾਨੂੰ ਦਿਖਾਉਣਾ ਵੀ ਸੀਰੀਜ਼ ਕਿੱਥੇ ਜੁੜਿਆ ਜਾਂਦਾ ਹੈਗਾ। ਇਹ ਕੋਇਲ ਆ ਗਿਆ ਐਚਵੀ ਕੋਇਲ ਦਾ ਦੂਸਰਾ ਟਰਨ, ਇਹ ਅੰਦਰਲੇ ਪਾਸੇ ਨਹੀਂ ਹੁੰਦਾ ਹੋਇਆ ਐਚਵੀ ਟੈਪਿੰਗ ਇੱਥੇ ਜੁੜ ਜਾਂਦਾ ਆ ਇਹਦੇ ਉੱਤੇ, ਠੀਕ ਹੈ। ਜਿਹੜੀ ਕਿ ਆਪਣੀ 17 ਨੰਬਰ ਟੈਪ ਬਣਦੀ ਹੈ, ਠੀਕ ਹੈ। 17 ਨੰਬਰ ਦੇ ਉੱਤੇ ਜੋੜ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਇਹ ਟਰਨਸ ਅੱਗੇ ਚਲੀਆਂ ਜਾਂਦੀਆਂ ਨੇ। ਟਰਨਸ ਇੱਕ ਮੰਨ ਲਓ ਬ੍ਰੇਜਿੰਗ ਕੀਤੀ ਜਾਂਦੀ ਹੈ, 2 ਟਰਨਾਂ ਦਿੱਤੀਆਂ, ਇੱਕ ਲੀਡ ਚੱਕ ਲਈ, 2 ਟਰਨਾਂ ਤੇ ਇੱਕ ਲੀਡ ਚੱਕ ਲਈ, ਇਸੇ ਤਰ੍ਹਾਂ 17 16 15 14 13 12 11 10 9 8 7 6 5 4 3 2 1 ਇੱਕ ਨੰਬਰ ਦੇ ਉੱਤੇ ਇਹ ਆ ਜਾਂਦੀ ਹੈ ਆਪਣੀ, ਠੀਕ ਹੈ। ਇੱਕ ਨੰਬਰ ਦੇ ਉੱਤੇ ਕੀ ਹੈ ਵੀ ਸਾਰਾ ਕੋਇਲ ਆ ਜਾਂਦਾ, ਪਲੱਸ ਐਚਵੀ ਕੋਇਲ ਤੇ ਐਚਵੀ ਟੈਪਿੰਗ ਕੋਇਲ ਦੋਨੇ ਚ ਆ ਜਾਂਦੇ ਨੇ। ਹੁਣ ਸਪੋਜ਼ ਕਰ ਲਓ ਅਸੀਂ ਕਹਿੰਦੇ ਆ ਵੀ ਜੇ ਸਾਡੀ ਪਾਵਰ ਟਰਾਂਸਫਾਰਮਰ ਸਬਸਟੇਸ਼ਨ ਦੇ ਉੱਤੇ ਆਪਰੇਟਰ ਆ ਜਾਂ ਕੋਈ ਅਟੈਂਡੈਂਟ ਆ, ਉਹ ਕਹਿੰਦਾ ਵੀ ਵੋਲਟੇਜ ਐਲਵੀ ਸਾਈਡ ਤੇ ਘਟ ਗਈ, 11 kV ਤੋਂ ਘਟ ਗਈ, ਤਾਂ ਟੈਪ ਨੂੰ ਵਧਾ ਦਿੱਤਾ ਜਾਵੇ। ਟੈਪ ਨੂੰ ਵਧਾਉਣ ਦੇ ਉੱਤੇ ਕੀ ਹੁੰਦਾਗਾ ਵੀ ਉਹਨੂੰ ਲੱਗਦਾ ਵੀ ਸ਼ਾਇਦ ਐਲਵੀ ਸਾਈਡ ਤੇ ਟੈਪ ਵੱਧ ਗਈ, ਐਕਚੁਅਲੀ ਚ ਇਹ ਨਹੀਂ ਹੁੰਦਾ, ਪਰ ਟਰਨਸ ਵੋਲਟੇਜ ਹੁੰਦੀ ਆ। ਜਦੋਂ ਮੰਨ ਲਓ ਸਪੋਜ਼ ਕਰ ਲਓ ਆਪਣਾ ਪਾਵਰ ਟਰਾਂਸਫਾਰਮਰ 5 ਨੰਬਰ ਟੈਪ ਦੇ ਉੱਤੇ ਚੱਲ ਰਿਹਾ, 5 ਨੰਬਰ ਟੈਪ ਦੇ ਉੱਤੇ ਕੀ ਹੁੰਦਾ 66000 ਵੋਲਟੇਜ ਹੁੰਦੀ ਆ। ਜੇ ਆਪਣੀ ਵੋਲਟੇਜ 66000 ਤੋਂ 65175 ਦੇ ਵਿੱਚ ਰਹਿ ਜਾਵੇ ਤਾਂ ਆਪਾਂ 5 ਤੋਂ 6 ਦੇ ਉੱਤੇ ਜਾਣਾ ਹੁੰਦਾਗਾ। ਜਦੋਂ ਪ੍ਰਾਇਮਰੀ ਸਾਈਡ ਦੇ ਤੇ 65175 ਤੇ 66000 ਦੇ ਵਿੱਚ ਵੋਲਟੇਜ ਰਹਿ ਜਾਂਦੇ ਤੇ ਉਹ ਆਊਟਪੁੱਟ ਪਾਵਰ ਟਰਾਂਸਫਾਰਮਰ 11 kV ਦਿੰਦਾ, ਕਿਉਂਕਿ ਆਪਾਂ ਆਪਣੇ ਕਸਟਮਰ ਨੂੰ, ਆਪਣੇ ਗਾਹਕ ਨੂੰ 11 kV ਕਨਸਟੈਂਟ ਸਪਲਾਈ ਦੇਣੀ ਆ, ਵੋਲਟੇਜ ਸਪਲਾਈ ਦੇਣੀ ਆ, ਠੀਕ ਹੈ। ਜੇ ਆਪਣੀ ਵੋਲਟੇਜ ਵੱਧ ਜਾਂਦੀ ਆ 66000 ਤੋਂ ਉੱਪਰ ਚਲੀ ਜਾਂਦੀ, 66825 ਤੱਕ ਚਲੀ ਜਾਂਦੀ ਆ, ਤਾਂ ਆਪਾਂ 5 ਤੋਂ 4 ਦੇ ਉੱਤੇ ਆ ਜਾਣਾਗਾ, ਤਾਂ ਜੋ ਸਾਡੀ ਜਿਹੜੀ ਸੈਕੰਡਰੀ ਸਾਈਡ ਆ ਉਹ ਆਊਟਪੁੱਟ ਵੋਲਟੇਜ ਕਨਸਟੈਂਟ ਰਹੇ, 11 kV ਹੀ ਰਹੇ, ਠੀਕ ਹੈ। ਤੇ ਟੈਪਿੰਗ ਜਿਹੜੀ ਹੁੰਦੀ ਹੈ, ਜਿਵੇਂ ਤੁਸੀਂ ਦੇਖਦੇ ਹੋ ਔਨ ਲੋਡ OLTC ਅਸੀਂ ਟੈਪ ਚੇਂਜ ਕਰਦੇ ਆ, ਉਹ ਬੇਸਿਕਲੀ ਐਚਵੀ ਸਾਈਡ ਦੇ ਉੱਤੇ ਹੁੰਦੀ ਹੈ, ਨਾ ਕਿ ਐਲਵੀ ਸਾਈਡ ਦੇ ਉੱਤੇ ਹੁੰਦੀ ਹੈ, ਤੇ ਵੋਲਟੇਜ ਦੀ ਵੇਰੀਏਸ਼ਨ ਐਚਵੀ ਸਾਈਡ ਦੇ ਉੱਤੇ ਕੀਤੀ ਜਾਂਦੀ ਹੈ। ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਵੀ ਜੇ ਹੋ ਸਕਿਆ ਵੀ ਇਹਦਾ ਨਿਊਟਰਲ ਪੁਆਇੰਟ ਸਟਾਰ ਪੁਆਇੰਟ ਤਾਂ ਨਹੀਂ ਹੈਗਾ ਬਣਿਆ, ਕਿਉਂਕਿ ਉਹ ਬੈਰੀਅਰ ਬੋਰਡ ਦੇ ਉੱਤੇ ਬਣਦਾ। ਤੇ ਇਹਦਾ ਅਸੀਂ ਤੁਹਾਨੂੰ ਐਚਵੀ ਦੀ ਨਿਊਟਰਲ ਲੀਡ ਦਿਖਾਉਂਦੇ ਹਾਂ, ਜਿੱਥੇ ਜਿਹੜੀ ਆਪਾਂ ਨੂੰ ਬਾਹਰ ਉੱਪਰ ਪੁਆਇੰਟ ਨਿਕਲਦਾ ਹੈ, ਠੀਕ ਹੈ। ਇਹ ਤਿੰਨੇ ਟੈਪਿੰਗਸ ਆ ਗਈਆਂ ਆਪਣੀਆਂ, ਠੀਕ ਹੈ, ਬਲੂ, ਯੈਲੋ ਐਂਡ ਰੈਡ। ਇੱਥੋਂ ਮੰਨ ਕੇ ਸਪੋਜ਼ ਕਰੋ ਵੀ ਆਪਣਾ 5 ਨੰਬਰ ਟਰਾਂਸਫਾਰਮਰ ਟੈਪ ਦੇ ਉੱਤੇ ਟਰਾਂਸਫਾਰਮਰ ਚੱਲ ਰਿਹਾ, ਇੱਕ ਲੀਡ ਇੱਥੋਂ ਚੱਕੀ ਜਾਂਦੀ ਹੈ 5 ਨੰਬਰ ਟੈਪ ਦੀ ਲੀਡ ਤੋਂ, ਇਹਦੀ 5 ਨੰਬਰ, ਇਹਦੀ 5 ਨੰਬਰ, ਇੱਕ ਲੀਡ ਇੱਥੋਂ ਇੱਥੇ ਤੱਕ ਪਾਈ ਜਾਂਦੀ ਹੈ, ਇੱਥੋਂ ਇੱਥੇ। ਤੇ ਉਸ ਤੋਂ ਬਾਅਦ ਜਿਹੜੀ ਉੱਪਰ ਲੀਡ ਨਿਕਲਦੀ ਹੈ, ਨਿਊਟਰਲ ਪੁਆਇੰਟ ਨਿਕਲਦਾ, ਉਹ ਕਿੱਥੋਂ ਨਿਕਲਦਾ, ਉਹ ਆਹ ਲੀਡ ਹੈ ਜਿਹੜੀ ਇਹਦੇ ਨਾਲ ਜੋੜ ਦਿੱਤੀ ਜਾਂਦੀ ਹੈ। ਜੋੜਨ ਤੋਂ ਬਾਅਦ ਕੀ ਕੀਤਾ ਜਾਂਦਾ ਹੈ, ਇਹ ਲੀਡ ਦਾ ਦੂਸਰਾ ਸਿਰਾ ਜਿਹੜਾ ਇਹ ਸਿਰਾ ਆਹ, ਇਹ ਬੂਸ਼ਿੰਗ ਦੇ ਰਾਹੀਂ ਉੱਪਰ ਪਾ ਦਿੱਤਾ ਜਾਂਦਾ, ਠੀਕ ਹੈ, ਬਾਹਰ ਲਿਆ ਜਾਂਦਾ, ਕਿਉਂਕਿ ਅੰਦਰ ਆਇਲ ਫਿਲਡ ਕੀਤਾ ਜਾਂਦਾ, ਠੀਕ ਹੈ। ਜਿਹੜਾ ਸਟਾਰ ਪੁਆਇੰਟ ਐਚਵੀ ਦਾ ਬਣਦਾਗਾ ਉਹ ਇੱਧਰ ਬਣਦਾਗਾ, 1-2 ਲੀਡਾਂ ਜੋੜਨੀਆਂ ਪੈਂਦੀਆਂ ਨੇ ਸਾਨੂੰ, ਠੀਕ ਹੈ। ਉਹ ਜੁੜਦੀਆਂ ਕਿੱਥੇ ਨੇ, ਬੈਰੀਅਰ ਬੋਰਡ ਦੇ ਉੱਤੇ। ਹੋ ਸਕਿਆ ਅਸੀਂ ਤੁਹਾਨੂੰ ਬੈਰੀਅਰ ਬੋਰਡ ਦੇ ਉੱਤੇ ਵੀ ਦਿਖਾਵਾਂਗੇ, ਜੇ ਜਦੋਂ ਇਹਨੂੰ ਅਸੀਂ ਟੈਂਕਿੰਗ ਕੀਤਾ, ਟੈਂਕਿੰਗ ਕਰਨ ਤੋਂ ਬਾਅਦ ਬੈਰੀਅਰ ਬੋਰਡ ਦੇ ਉੱਤੇ ਕਿਸ ਤਰ੍ਹਾਂ ਦੇ ਕਨੈਕਸ਼ਨ ਕੀਤੇ ਜਾਂਦੇ ਨੇ, ਕਿਸ ਤਰ੍ਹਾਂ ਨਿਊਟਰਲ ਪੁਆਇੰਟ ਬਣਾਇਆ ਜਾਂਦਾਗਾ, ਤੁਹਾਨੂੰ ਉਹ ਵੀ ਦਿਖਾਇਆ ਜਾਊਗਾ, ਠੀਕ ਹੈ। ਜਿਹੜੀ ਟੈਪ ਨੇ ਇਹ ਸਾਰੀਆਂ ਇੱਕ ਬੈਰੀਅਰ ਬੋਰਡ ਦੇ ਉੱਤੇ ਪੁਆਇੰਟਸ ਲੱਗੇ ਹੋਏ ਨੇ, ਠੀਕ ਹੈ, ਉਹਦੇ ਉੱਤੇ ਲਾਤੇ ਹੁੰਦੇ ਨੇ 17 ਤੇ 18ਵੀਂ ਲੱਗਦੀ ਆ ਨਿਊਟਰਲ ਪੁਆਇੰਟ ਦੀ। OLTC
ਟੈਪ ਚੇਂਜ ਹੁੰਦੀ ਹੈ, ਟੈਪ ਚੇਂਜ ਹੁੰਦੀ ਹੋਈ ਤੇ ਉਸ ਇੱਕ ਸਰਕਟ ਬਣ ਕੇ ਆਉਂਦਾ ਤੇ ਉਹ ਨਿਊਟਰਲ ਪੁਆਇੰਟ ਦੇ ਉੱਤੇ ਬਣਾ ਜਾਂਦਾ। ਨਿਊਟਰਲ ਪੁਆਇੰਟ ਤਿੰਨਾਂ ਫੇਜ਼ਾਂ ਵਿੱਚ ਕਾਮਨ ਹੁੰਦਾ ਤੇ ਜਿਹੜਾ ਆਪਣਾ ਪਾਥ ਆ ਸਰਕਟ ਆ ਉਹ ਪੂਰਾ ਹੋ ਜਾਂਦਾ ਨਿਊਟਰਲ ਦੇ ਰਾਹੀਂ। ਠੀਕ ਹੈ, ਆਓ ਦੋਸਤੋ ਹੁਣ ਤੁਹਾਨੂੰ ਲੈ ਚੱਲੀਏ ਐਲਵੀ ਸਾਈਡ ਤੇ। ਜਿਵੇਂ ਉਧਰਲੀ ਸਾਈਡ ਆਪਾਂ ਦੇਖਿਆ ਸਵਿਚ ਵੀ ਨਿਊਟਰਲ, ਇਧਰਲੀ ਸਾਈਡ ਹੈਗੀ ਆਪਣੀ ਐਲਵੀ ਨਿਊਟਰਲ। ਜਿਸ ਤਰ੍ਹਾਂ ਇੱਕ ਕੋਇਲ ਦੇ ਦੋ ਸਿਰੇ ਹੁੰਦੇ ਨੇ, ਇਸੇ ਤਰ੍ਹਾਂ ਹੀ ਇਹਦੇ ਵੀ ਇੱਕ ਕੋਇਲ ਦੇ ਦੋ ਸਿਰੇ। ਇਹ ਹੈਗਾ ਰੈੱਡ, ਯੈਲੋ ਐਂਡ ਬਲੂ। ਹੁਣ ਐਲਵੀ ਦੇ ਰੈੱਡ ਦੀ ਗੱਲ ਕਰੀਏ ਆਪਾਂ ਤਾਂ ਇਹ ਐਲਵੀ ਦਾ ਰੈੱਡ ਫੇਸ ਇੱਕ ਲੀਡ, ਦੂਸਰਾ ਟਰਮੀਨਲ ਉਹਦਾ ਆ ਨਿਕਲਿਆ। ਇਸੇ ਤਰ੍ਹਾਂ ਇਹਦਾ ਹੈਗਾ ਇੱਕ ਪੁਆਇੰਟ ਇਹ ਨਿਕਲਿਆ ਯੈਲੋ ਦਾ, ਇਹ ਆ ਗਿਆ। ਇਸੇ ਤਰ੍ਹਾਂ ਬਲੂ ਦਾ ਇਹ ਆ ਤੇ ਇਹ। ਠੀਕ ਹੈ, ਹੁਣ ਇਹਦਾ ਸਟਾਰ ਪੁਆਇੰਟ ਕਿਸ ਤਰ੍ਹਾਂ ਬਣਦਾ ਜੇ ਆਪਾਂ ਦੇਖੀਏ। ਇਹਦਾ ਸਟਾਰ ਪੁਆਇੰਟ ਬਣਦਾ ਹੈ ਇਹ, ਇਹਦੇ ਦੂਸਰੇ ਸਿਰੇ ਨੂੰ ਬ੍ਰੇਜਿੰਗ ਕਰਕੇ ਅਸੀਂ ਇੱਕ ਦੋ ਲੀਡਾਂ ਲੈਂਦੇ ਆ। ਠੀਕ ਹੈ, ਇਹਨੂੰ ਬ੍ਰੇਜ ਕਰ ਦਿੱਤੇ ਜਾਂਦੇ ਆ ਤੇ ਬ੍ਰੇਜਿੰਗ ਕਰਕੇ ਇੱਕ ਲੀਡ ਲੈ ਲੈਂਦੇ ਆ ਤੇ ਉਹ ਬ੍ਰੀਜ ਲੀਡਿੰਗ ਆ ਆਉਂਦੀ ਆ ਬ੍ਰੇਜਿੰਗ ਕਰਨ ਤੋਂ ਬਾਅਦ, ਜਿਹੜੀ ਕਿ ਐਲਵੀ ਨਿਊਟਰਲ ਪੁਆਇੰਟ ਦੀ ਲੀਡ ਬਣਦੀ ਹੈ। ਠੀਕ ਹੈ, ਇਹਦਾ ਸਟਾਰ ਪੁਆਇੰਟ ਫਿਕਸ ਰਹਿੰਦਾ, ਉਹਦਾ ਸਟਾਰ ਪੁਆਇੰਟ ਬੈਰੀਅਰ ਬੋਰਡ ਦੇ ਉੱਤੇ ਬਣਦਾ। ਠੀਕ ਹੈ, ਇਹ ਬ੍ਰੇਜਿੰਗ ਕੀਤੀ ਜਾਂਦੀ ਹੈ ਕਾਪਰ ਬ੍ਰੇਜਿੰਗ। ਇਸ ਜਿਵੇਂ ਤੁਸੀਂ ਉੱਪਰ ਦੂਸਰੇ ਪਾਸੇ ਦੇਖਿਆ ਸੀ ਵੀ ਇਹਦੇ ਵੀ ਜੈਕ ਵੋਲਟ ਨੇ, ਕੋਰ ਵੋਲਟ ਨੇ, ਪਲੱਸ ਇਹ ਕੋਰ ਬੈਲਟਸ ਨੇ। ਕੋਰ ਬੈਲਟਸ ਨੂੰ ਅਸੀਂ ਅਰਥ ਕਰਦੇ ਹਾਂ ਤਾਂ ਜੋ ਜੇ ਕੋਈ ਕਰੰਟ ਪਾਥ ਹੁੰਦਾ, ਪਾਥ ਬਣਦਾ ਤਾਂ ਉਹ ਅਰਥ ਹੋ ਜਾਵੇ, ਕੋਈ ਸਪਾਰਕਿੰਗ ਵਗੈਰਾ ਨਾ ਹੋਵੇ। ਠੀਕ ਹੈ, ਕੋਈ ਹੀਟ ਅਪ ਨਾ ਹੋਵੇ, ਕੋਈ ਲਾਸ ਨਾ ਹੋਵੇ। ਉਸ ਤੋਂ ਬਾਅਦ ਇਹਦੇ 'ਚ ਜਿਵੇਂ ਤੁਸੀਂ ਦੇਖਿਆ ਸੀ ਉਹ ਪਾਵਰ ਟਰਾਂਸਫਾਰਮਰ ਦੇ ਵਿੱਚ 10 12.5 ਦਾ ਸੀ ਪਾਵਰ ਟਰਾਂਸਫਰ, ਇਹ BMP ਪਾਵਰ ਟਰਾਂਸਫਰ। ਇਹਦੀ ਜਿਹੜੀ ਕਪੈਸਿਟੀ ਲੀਡਸ ਦੋ ਤਾਂ ਨੇ ਕਿਉਂਕਿ ਇਹਦੀ ਕਰੰਟ ਕੈਰਿੰਗ ਕਪੈਸਿਟੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਜਿੰਨਾ ਕਰੰਟ ਕੈਰਿੰਗ ਕਪੈਸਿਟੀ ਸਾਈਜ਼ ਉੱਤੇ ਡਿਪੈਂਡ ਕਰਦੀ ਆ। ਜਿੰਨਾ ਉਹਦਾ ਕਰੰਟ ਕੈਰਿੰਗ ਕਪੈਸਿਟੀ ਜ਼ਿਆਦਾ ਹੋਊ ਉਨਾ ਹੀ ਉਹਦਾ ਐਕਚੁਅਲ ਸਾਈਜ਼ ਜ਼ਿਆਦਾ ਹੋਣਾ ਚਾਹੀਦਾ ਤਾਂ ਹੀ ਉਹ ਕਰੰਟ ਜ਼ਿਆਦਾ ਫਲੋ ਹੋ ਸਕਦਾ ਉਹਦੇ ਵਿੱਚ। ਇਹਦੇ ਵਿੱਚ ਕੀ ਆ, ਐਲਵੀ ਦੇ ਇਹ ਫੇਜ਼ ਦੇ ਵਿੱਚ ਇੱਕ ਸੀਟੀ ਲੱਗਿਆ ਹੋਇਆ। ਠੀਕ ਹੈ, ਇਹ ਸੀਟੀ ਹੈ ਇਹ। ਠੀਕ ਹੈ, ਇਹ ਸੀਟੀ ਦੇ ਦੋ ਤਾਰਾਂ ਲੱਗੀਆਂ ਨੇ ਜਿਵੇਂ ਤੁਹਾਨੂੰ ਦੇਖ ਰਹੇ ਹੋ ਉੱਪਰਲੇ ਪਾਸੇ। ਠੀਕ ਹੈ, ਉੱਪਰ ਚਲੇ ਜਾਂਦੇ ਨੇ ਦੋ ਤਾਰਾਂ, ਉੱਪਰਲੇ ਪਾਸੇ ਦੋ ਤਾਰਾਂ ਲੱਗੀਆਂ ਹਨ ਇਹਦੀਆਂ। ਇਹਦਾ ਵੀ ਫੰਕਸ਼ਨ ਅਸੀਂ ਤੁਹਾਨੂੰ ਦੱਸਾਂਗੇ ਵੀ ਕਿਵੇਂ ਫੰਕਸ਼ਨ ਇਹਦਾ ਕੀਤਾ ਕੀ ਹੁੰਦਾ ਇਹਦਾ ਇੱਕ ਸੀਟੀ ਦਾ ਐਲਵੀ ਦੇ ਵਿੱਚ। ਤੇ ਦੋਸਤੋ ਅੱਜ ਇਹੀ ਸੀ ਤੁਹਾਡੇ ਲਈ, ਤੇ ਹੋ ਸਕਿਆ ਅਸੀਂ ਤੁਹਾਡੇ ਲਈ ਹੋਰ ਵੀ ਬਹੁਤ ਕੁਝ ਲੈ ਕੇ ਆਵਾਂਗੇ। ਕੱਲੀ ਤੁਹਾਨੂੰ ਡਿਟੇਲਸ ਦੇਵਾਂਗੇ, ਕੱਲੇ ਸੀਟੀ ਦੀ ਫੰਕਸ਼ਨਿੰਗ ਦੱਸਾਂਗੇ। ਬੁਸ਼ਿੰਗ ਕਰਨ ਤੋਂ ਬਾਅਦ ਵੀ ਤੁਹਾਨੂੰ ਦੱਸਿਆ ਜਾਊਗਾ ਬੁਸ਼ਿੰਗ ਕਿੱਦਾਂ ਫਿੱਟ ਕੀਤੀ ਜਾਂਦੀ ਹੈ, ਕੀ ਹੁੰਦਾ। PRV ਬਾਰੇ ਦੱਸਿਆ ਜਾਊਗਾ, ਬੱਕਲ ਬਾਰੇ ਦੱਸਿਆ ਜਾਊਗਾ। ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।